ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਤਰ੍ਹਾਂ ਕਿ ਪਹਿਲਾਂ ਵੀ ਅਸੀਂ ਬਹੁਤ ਸਾਰੇ ਅਜਿਹੇ ਪ੍ਰਸੰਗ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ ਜਿਸ ਤੋਂ ਸਾਨੂੰ ਅਧਿਆਤਮਕ ਜੀਵਨ ਦੀ ਸੋਝੀ ਹੋਵੇ, ਨਾਮ ਬਾਣੀ ਪ੍ਰਤੀ ਪ੍ਰੇਮ ਪੈਦਾ ਹੋਏ। ਉਸੇ ਤਰ੍ਹਾਂ ਅੱਜ ਵੀ ਭਾਈ ਵੀਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਇਹ ਪ੍ਰਸੰਗ ਲਿਆ ਗਿਆ ਹੈ, ਜਿਸ ਨੂੰ ਸਰਦਾਰ ਜਗਜੀਤ ਸਿੰਘ ਗੁਲੇਰੀਆ ਜੀ ਨੇ ਲਿਖਿਆ ਹੈ। ਭਾਈ ਸਾਹਿਬ ਜੀ ਦੀ ਸੰਗਤ ਕਿੰਨੀ ਪਵਿੱਤਰ ਸੀ, ਕਿੰਨੇ ਅਧਿਆਤਮਕ ਗੁਣ ਉਸ ਸੰਗਤ ਦੇ ਵਿੱਚੋਂ ਮਿਲਦੇ ਸਨ ਕਿ ਜਗਿਆਸੂ ਨਾਮ ਦੇ ਵਿੱਚ ਓਤ-ਪੋਤ ਹੋ ਜਾਂਦਾ ਸੀ। ਉਸ ਨੂੰ ਇੱਕੋ ਹੀ ਧੁਨ ਲੱਗਦੀ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਤੇ ਇਸ ਧੁਨ ਦੇ ਵਿੱਚ ਉਹ ਧੁਨ ਮਹਿ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਦਾ ਗਿਆਤਾ ਹੋ ਜਾਂਦਾ ਸੀ। ਉਸ ਨੂੰ ਅਸਲ ਦੇ ਵਿੱਚ ਸੋਝੀ ਹੋ ਜਾਂਦੀ ਸੀ ਕਿ ਅਧਿਆਤਮਕ ਤਲ ਕੀ ਹੁੰਦਾ ਹੈ, ਰੂਹਾਨੀਅਤ ਦਾ ਕੀ ਮਾਰਗ ਹੈ। ਇਸੇ ਤਰ੍ਹਾਂ ਅੱਜ ਦਾ ਇਹ ਪ੍ਰਸੰਗ ਹੈ। ਸਰਦਾਰ ਜਗਜੀਤ ਸਿੰਘ ਗੁਲੇਰੀਆ ਜੀ ਲਿਖਦੇ ਹਨ, ਬੀਬੀ ਕੁੰਦਨ ਜੀ ਨੂੰ ਛੋਟੀ ਉਮਰ ਵਿੱਚ ਹੀ ਨਾਮ ਬਾਣੀ ਦੀ ਸੋਝੀ ਸੀ। ਭਾਈ ਧਿਆਨ ਸਿੰਘ ਜੀ ਜੋ ਡੇਰੇ ਖਾਲਸਾ ਜ਼ਿਲ੍ਹਾ ਰਾਵਲਪਿੰਡੀ ਦੇ ਚੰਗੇ ਭਜਨੀਕ ਸੱਜਣ ਹੋਏ ਸਨ, ਉਹਨਾਂ ਦੇ ਸਤਸੰਗ ਵਿੱਚ ਉਹ ਜਾਇਆ ਕਰਦੀ ਸੀ। ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਐਬਟਾਬਾਦ ਗਏ ਤਾਂ ਇਹ ਬੀਬੀ ਉਹਨਾਂ ਦੀ ਚਰਨ ਛੋਹ ਲੈ ਕੇ ਨਾਮ ਵਿੱਚ ਜਿਉਂ ਪਈ। ਉਸ ਦਾ ਜੀਵਨ ਪਲਟ ਗਿਆ, ਜੀਵਨ ਰਹੱਸਮਈ ਹੋ ਗਿਆ। ਇਸ ਦੀ ਸ਼ਾਦੀ ਰਾਵਲਪਿੰਡੀ ਦੇ ਸਰਦਾਰ ਮਧੂਸੂਦਨ ਸਿੰਘ ਜੀ ਨਾਲ ਹੋਈ। ਸਰਦਾਰ ਜੀ ਰਾਵਲਪਿੰਡੀ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਹੈੱਡ ਕਲਰਕ ਸਨ। ਬੀਬੀ ਭਾਵੇਂ ਚੰਗੇ ਅਮੀਰ ਘਰ ਦੀ ਜੰਮਪਲ ਸੀ, ਪਰ ਸਹੁਰੇ ਘਰ ਜਾ ਕੇ ਇਸਨੇ ਕੋਈ ਸ਼ਾਨ ਗੁਮਾਨ ਨਹੀਂ ਕੀਤਾ ਸੀ। ਸਾਰੇ ਕੰਮ ਆਪ ਹੱਥੀਂ ਕਰਦੀ, ਹਰ ਸਮੇਂ ਖਿੜੀ ਰਹਿੰਦੀ। ਭਾਈ ਸਾਹਿਬ ਨੇ ਜਿਹੜੀ ਪ੍ਰਭੂ ਪਿਆਰ ਦੀ ਚਿੰਨ੍ਹ ਉਸ ਨੂੰ ਲਾਈ ਸੀ, ਕਾਫੀ ਸਮੇਂ ਤੱਕ ਉਸਨੇ ਇਹ ਹਿਰਦੇ ਵਿੱਚ ਲੁਕਾਈ ਰੱਖੀ। ਉਸਨੇ ਭਾਈ ਧਿਆਨ ਸਿੰਘ ਜੀ ਦੇ ਦਰਸ਼ਨਾਂ ਨੂੰ ਜਾਣਾ ਛੱਡ ਦਿੱਤਾ। ਉਸ ਤੋਂ ਸਤਸੰਗਣਾ ਨਾ ਜਾਣ ਦਾ ਕਾਰਨ ਪੁੱਛਦਿਆਂ ਅੰਤ ਉਸ ਤੋਂ ਰਿਹਾ ਨਾ ਗਿਆ ਅਤੇ ਰੋ ਕੇ ਕਿਹਾ, ਹੁਣ ਮੈਨੂੰ ਕਿਧਰੇ ਜਾਣ ਦੀ ਭੁੱਖ ਹੀ ਨਹੀਂ ਰਹੀ। ਉਹਨਾਂ ਸਤਸੰਗਣਾ ਨੇ ਬੀਬੀ ਕੁੰਦਨ ਜੀ ਨੂੰ ਡਰਾਇਆ ਕਿ ਭਾਈ ਧਿਆਨ ਸਿੰਘ ਜੀ ਬੜੇ ਕਰਾਮਾਤੀ ਹਨ, ਦੇਖੀ ਤੇਰਾ ਦਿਮਾਗ ਫਟ ਜਾਏਗਾ। ਪਰ ਉਹ ਬੀਬੀ ਆਪਣੇ ਇਰਾਦੇ ਵਿੱਚ ਦ੍ਰਿੜ ਰਹੀ। ਹੁਣ ਉਸਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਗਿਆ ਕਿ ਇਹ ਭਾਈ ਵੀਰ ਸਿੰਘ ਜੀ ਦੀ ਸਤਸੰਗਣ ਹੈ। ਘਰ ਵਾਲਿਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਭਾਈ ਸਾਹਿਬ ਦੇ ਦਰਸ਼ਨਾਂ ਦੀ ਵਿੱਥ ਲੰਮੀ ਹੋ ਗਈ। ਪਰ ਜਦੋਂ ਉਹ ਐਬਟਾਬਾਦ ਪੇਕੇ ਜਾਂਦੀ ਤਾਂ ਉੱਥੋਂ ਭਾਈ ਸਾਹਿਬ ਬਾਰੇ ਬੀਬੀ ਸੰਤ ਜੀ ਤੋਂ ਪੁੱਛਦੀ ਰਹਿੰਦੀ। ਉਪਰੰਤ ਇਸ ਬੀਬੀ ਨੂੰ ਇੱਕ ਲੜਕਾ ਹੋਇਆ ਅਤੇ ਇਹ ਕੁਝ ਬਿਮਾਰ ਹੋ ਗਈ। ਕੁਝ ਇਲਾਜ ਠੀਕ ਢੰਗ ਨਾਲ ਨਾ ਹੋਇਆ ਤੇ ਇਹ ਬੀਬੀ ਵਾਹਿਗੁਰੂ ਨਾਮ ਨਾਲ ਜੁੜੀ ਉਸ ਦਾਤੇ ਦੀ ਗੋਦ ਵਿੱਚ ਜਾ ਵਿਰਾਜੀ। ਬੀਬੀ ਦੇ ਪੇਕੇ ਪਰਿਵਾਰ ਨੇ ਕੁਝ ਉਦਾਸੀ ਪ੍ਰਗਟ ਕੀਤੀ ਅਤੇ ਕੁਝ ਨਾਰਾਜ਼ ਹੋ ਗਏ। ਸਰਦਾਰ ਮਧੂਸੂਦਨ ਸਿੰਘ ਬੀਬੀ ਦੇ ਫੁੱਲ ਲੈ ਕੇ ਹਰਿਦੁਆਰ ਗਏ। ਉੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇਹਰਾਦੂਨ ਆਏ ਹੋਏ ਹਨ। ਹਰਿਦੁਆਰ ਤੋਂ ਉਹ ਦੇਹਰਾਦੂਨ ਭਾਈ ਸਾਹਿਬ ਪਾਸ ਪੁੱਜੇ। ਅੱਗੋਂ ਭਾਈ ਸਾਹਿਬ ਨੇ ਝੱਟ ਕਿਹਾ ਕਿ ਕੁੰਦਨ ਦੇ ਫੁੱਲ ਪਾ ਕੇ ਆਏ ਹੋ। ਸਰਦਾਰ ਜੀ ਹੈਰਾਨ ਸਨ ਕਿ ਅਸੀਂ ਇਹਨਾਂ ਨੂੰ ਤਾਂ ਖਬਰ ਦਿੱਤੀ ਹੀ ਨਹੀਂ, ਕਿਵੇਂ ਇਹਨਾਂ ਨੂੰ ਪਤਾ ਚੱਲਿਆ ਹੈ ਕਿ ਅਸੀਂ ਕੁੰਦਨ ਦੇ ਫੁੱਲ ਹਰਿਦੁਆਰ ਵਿਖੇ ਪਾ ਕੇ ਆਏ ਹਾਂ। ਹੱਥ ਜੋੜ ਕੇ ਸਰਦਾਰ ਸਾਹਿਬ ਨੇ ਭਾਈ ਸਾਹਿਬ ਤੋਂ ਇਸ ਬਾਰੇ ਪੁੱਛਿਆ। ਭਾਈ ਸਾਹਿਬ ਨੇ ਉਹਨਾਂ ਨੂੰ ਟਾਲਿਆ, ਪਰ ਉਹ ਪਿੱਛੇ ਹੀ ਪੈ ਗਏ। ਆਖਰ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਬਿਮਾਰੀ ਦੀ ਖਬਰ ਆਈ ਸੀ, ਅਸੀਂ ਅਰਦਾਸ ਕੀਤੀ ਤੇ ਫਿਰ ਕੀਤੀ, ਪਰ ਤੁਸੀਂ ਵਿੱਚ ਆ ਖਲੋਂਦੇ ਸੀ। ਇਸ ਤੋਂ ਅਸੀਂ ਸਮਝ ਲਿਆ ਕਿ ਬੀਬੀ ਦਾ ਅੰਤ ਸਮਾਂ ਆ ਗਿਆ ਹੈ, ਸਰੀਰ ਹੁਣ ਨਹੀਂ ਰਹੇਗਾ। ਬਸ ਇਹ ਗੱਲ ਹੋਣੀ ਹੀ ਸੀ। ਸਰਦਾਰ ਮਧੂਸੂਦਨ ਸਿੰਘ ਜੀ ਦੇ ਅੰਦਰ
ਸਿਦਕ ਆ ਗਿਆ। ਇਸ ਤੋਂ ਪਿੱਛੋਂ ਉਹ ਭਾਈ ਸਾਹਿਬ ਨੂੰ ਮਿਲਦੇ ਰਹੇ ਤੇ ਇਹਨਾਂ ਦਾ ਜੀਵਨ ਪਲਟ ਗਿਆ। ਇਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਅਤੇ ਫਿਰ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਰਹੇ। ਇਹਨਾਂ ਨੇ ਬਾਅਦ ਵਿੱਚ ਇੱਕ ਹੋਰ ਸ਼ਾਦੀ ਕੀਤੀ। ਇਹਨਾਂ ਦੇ 2 ਲੜਕੇ ਅਤੇ 3 ਲੜਕੀਆਂ ਹੋਈਆਂ ਹਨ। ਇਹਨਾਂ ਦੀ ਦੂਜੀ ਘਰਵਾਲੀ ਵੀ ਗੁਜ਼ਰ ਗਈ। ਦੇਸ਼ ਦੀ ਵੰਡ ਤੋਂ ਪਿੱਛੋਂ ਇਹ ਬੰਬਈ ਚਲੇ ਗਏ। ਨਾਮ ਬਾਣੀ ਦੀ ਖੁਸ਼ਬੂ ਨੇ ਇਹਨਾਂ ਦੀ ਆਤਮਾ ਸਵੱਛ ਕਰ ਦਿੱਤੀ ਸੀ। ਫਿਰ ਆਪ ਛੋਟੇ ਲੜਕੇ ਦੇ ਪਾਸ ਪੂਨੇ ਚਲੇ ਗਏ। ਜਿਸ ਦਿਨ ਇਹਨਾਂ ਨੇ ਚਲਾਣਾ ਕਰਨਾ ਸੀ, ਉਸ ਦਿਨ ਉਹ 3 ਵਜੇ ਸਵੇਰੇ ਉੱਠੇ, ਰੋਜ਼ ਦਾ ਨੇਮ ਬਾਣੀ ਦਾ ਪਾਠ ਪੂਰਾ ਕੀਤਾ, ਫਿਰ ਦੁੱਧ ਲੈਣ ਚਲੇ ਗਏ। ਵਾਪਸ ਆ ਕੇ ਆਪ ਜੀ ਨੇ ਦੁੱਧ ਗਰਮ ਕੀਤਾ ਤੇ ਪੀਤਾ, ਫਿਰ ਗੁਰਦੁਆਰੇ ਚਲੇ ਗਏ। ਸ਼ਾਮ ਨੂੰ 4 ਵਜੇ ਆਪ ਜੀ ਦਾ ਲੜਕਾ ਦਫ਼ਤਰ ਤੋਂ ਵਾਪਸ ਆਇਆ। ਸਰਦਾਰ ਮਧੂਸੂਦਨ ਸਿੰਘ ਆਪਣੇ ਲੜਕੇ ਨੂੰ ਬਾਬਾ ਜੀ ਦੇ ਕਮਰੇ ਵਿੱਚ ਲੈ ਗਏ। ਉੱਥੇ ਜਾ ਕੇ ਉਸ ਨੂੰ ਦੱਸਿਆ ਕਿ ਹੁਣ ਮੇਰਾ ਸਮਾਂ ਆ ਗਿਆ ਹੈ। ਬਾਬਾ ਜੀ ਦੇ ਕਮਰੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਤਸਵੀਰ ਵੀ ਲਟਕ ਰਹੀ ਸੀ। ਉਹਨਾਂ ਨੇ ਆਪਣੇ ਲੜਕੇ ਨੂੰ ਦੱਸਿਆ ਕਿ ਇਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦਾ ਸਦਕਾ, ਪਿਆਰ ਦਾ ਸਦਕਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦੇ ਸਦਕਾ ਹੁਣ ਮੈਨੂੰ ਅੱਗੇ ਦਾ ਕੋਈ ਫਿਕਰ ਨਹੀਂ ਹੈ ਅਤੇ ਮੈਂ ਅੱਗੇ ਸਤਸੰਗ ਵਿੱਚ ਜਾਵਾਂਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਮੈਨੂੰ ਖੁਸ਼ੀ ਹੈ ਅਤੇ ਇਹ ਪ੍ਰਾਪਤੀ ਕੁੰਦਨ ਜੀ ਦੀ ਕਿਰਪਾ ਨਾਲ ਹੋਈ ਹੈ। ਲਗਭਗ 1.5 ਘੰਟਾ ਉਹ ਆਪਣੇ ਪੁੱਤਰ ਨੂੰ ਪਰਮਾਰਥ ਦੀਆਂ ਗੱਲਾਂ ਤੇ ਕਾਲ ਦੇ ਤਰੀਕੇ ਸਮਝਾਉਂਦੇ ਰਹੇ। ਫਿਰ ਪੁੱਤਰ ਨੇ ਕਿਹਾ ਕਿ 6 ਵੱਜਣ ਵਾਲੇ ਹਨ ਅਤੇ ਮੈਂ ਹੁਣ ਕਿਧਰੇ ਜਾਣਾ ਹੈ। ਪੁੱਤਰ ਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਸ਼ਬਦ ਓੜ ਪਹੁੰਚਾਵੋ ਦਾਤੇ ਸੁਣਾ ਕੇ ਜਾ, ਪਰ ਲੜਕੇ ਨੇ ਕਿਹਾ ਕਿ ਵਾਪਸ ਆ ਕੇ ਸੁਣਾਵਾਂਗਾ। ਉਪਰੰਤ ਸਰਦਾਰ ਮਧੂਸੂਦਨ ਸਿੰਘ ਜੀ ਗੁਰੂ ਗੁਰੂ ਕਰਦੇ ਲੇਟ ਗਏ। ਜਦੋਂ ਲੜਕਾ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਪਿਤਾ ਦਾ ਸਾਹ ਤੇਜ਼ ਚੱਲ ਰਿਹਾ ਹੈ ਅਤੇ ਉਹ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਨ। ਉਸਨੇ ਕਿਹਾ ਕਿ ਮੈਂ ਆਪ ਨੂੰ ਹਸਪਤਾਲ ਲੈ ਕੇ ਚੱਲਦਾ ਹਾਂ, ਪਰ ਆਪ ਨਾ ਕਰਦੇ ਰਹੇ। ਪੁੱਤਰ ਦੇ ਜ਼ੋਰ ਦੇਣ ਤੇ ਆਖਰ ਆਪ ਨੇ ਕਿਹਾ ਜਿਵੇਂ ਤੇਰੀ ਮਰਜ਼ੀ। ਹਸਪਤਾਲ ਪੁੱਜ ਕੇ ਮੇਜ਼ ਉੱਤੇ ਆਪ ਜੀ ਨੂੰ ਲਿਟਾਇਆ ਗਿਆ ਅਤੇ ਉਸ ਸਮੇਂ ਵੀ ਆਪ ਜੀ ਦੇ ਹੱਥ ਜੁੜੇ ਹੋਏ ਸਨ। ਨਰਸ ਨੇ ਹੱਥ ਲੰਮੇ ਕੀਤੇ, ਭਾਵ ਸਿੱਧੇ ਕੀਤੇ, ਪਰ ਉਹਨਾਂ ਨੇ ਫੇਰ ਜੋੜ ਲਏ ਤੇ ਸਵਾਸ ਦੇ ਦਿੱਤੇ। ਅਜੀਬ ਮੌਤ ਹੋਈ। ਲੜਕੇ ਨੂੰ ਬਾਅਦ ਵਿੱਚ ਬੜੀ ਉਦਾਸੀ ਹੋਈ ਕਿ ਉਸਨੇ ਆਪਣੇ ਪਿਤਾ ਨੂੰ ਸ਼ਬਦ ਕਿਉਂ ਨਾ ਸੁਣਾਇਆ। ਹੁਣ ਲੜਕੇ ਨੇ ਪੂਨੇ ਵਿੱਚ ਭਾਈ ਵੀਰ ਸਿੰਘ ਸਟੱਡੀ ਸਰਕਲ ਬਣਾਇਆ ਹੋਇਆ ਹੈ, ਜਿੱਥੇ ਗੁਰਮਤਿ ਸਮਾਗਮ ਹੁੰਦੇ ਰਹਿੰਦੇ ਹਨ। ਸੋ ਗੁਰੂ ਰੂਪੀ ਸਾਧ ਸੰਗਤ ਜੀਓ, ਇਹ ਫਲ ਹੈ ਕਿਸੇ ਪੂਰਨ ਭਜਨੀਕ ਪੁਰਖ ਦੀ ਸੰਗਤ ਦਾ। ਉਸ ਨੂੰ ਸਿਰਫ ਉਸ ਵਾਹਿਗੁਰੂ ਜੀ ਦੀ ਚਾਹਨਾ ਅੰਤਰਾਤਮੇ ਰਹਿ ਜਾਂਦੀ ਹੈ, ਬਾਕੀ ਸਭ ਭੁੱਖਾਂ ਉਸ ਦੀਆਂ ਉਤਰ ਜਾਂਦੀਆਂ ਹਨ। ਜਦੋਂ ਅਸੀਂ ਅਜਿਹੀ ਸੰਗਤ ਕਰਦੇ ਹਾਂ ਤਾਂ ਸਾਨੂੰ ਵੀ ਉਸ ਸੰਗਤ ਦੇ ਵਿੱਚੋਂ ਨਾਮ ਦਾ ਅਜਿਹਾ ਰੰਗ ਚੜ੍ਹਦਾ ਹੈ ਕਿ ਅਸੀਂ ਉਸ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦੇ ਹਾਂ। ਜਦੋਂ ਅਸੀਂ ਪਿਆਰ ਦੇ ਨਾਲ ਪੂਰੀ ਤਰ੍ਹਾਂ ਸਰੈਂਡਰ ਭਾਵਨਾ ਵਿੱਚ, ਸਮਰਪਣ ਭਾਵਨਾ ਦੇ ਵਿੱਚ ਉਸ ਵਾਹਿਗੁਰੂ ਜੀ ਨੂੰ ਧਿਆਉਂਦੇ ਹਾਂ ਤਾਂ ਫਿਰ ਇਹ ਕਿਰਪਾ ਵਾਪਰਦੀ ਹੀ ਵਾਪਰਦੀ ਹੈ। ਕਿਉਂਕਿ ਪੂਰਨ ਪੁਰਖਾਂ ਦੀ ਸ਼ਰਤ ਹੀ ਇਹ ਹੈ ਕਿ ਉਹ ਪੂਰਨ ਤਦ ਹਨ ਜੇਕਰ ਉਹ ਵਾਹਿਗੁਰੂ ਜੀ ਦਾ ਰਸਤਾ ਦੱਸਦੇ ਹਨ, ਜੇਕਰ ਉਹ ਗੁਰਬਾਣੀ ਦੇ ਲੜ ਲਾਉਂਦੇ ਹਨ। ਭਾਈ ਵੀਰ ਸਿੰਘ ਜੀ ਅਜਿਹੇ ਪੂਰਨ ਪੁਰਖ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰਬਾਣੀ ਦਾ ਰਾਹ ਦੱਸਿਆ। ਗੁਰਬਾਣੀ ਦੇ ਸਿਧਾਂਤ ਨੂੰ ਜਿੱਥੇ ਆਪਣੇ ਮਸਤਕ ਦਾ ਭਾਗ ਬਣਾਇਆ, ਉੱਥੇ ਆਪ ਜਪੈ ਅਵਰਹਿ ਨਾਮ ਜਪਾਵੇ ਦੇ ਅਨੁਸਾਰ
ਹੋਰਨਾਂ ਨੂੰ ਵੀ ਗੁਰਬਾਣੀ ਦੇ ਲੜ ਲਾਇਆ। ਗੁਰਬਾਣੀ ਦੇ ਸਿਧਾਂਤ ਦੇ ਵਿੱਚ ਹੀ ਆਪਣੇ ਸਤਸੰਗੀਆਂ ਨੂੰ ਨਿਹਾਲ ਕਰ ਦਿੱਤਾ। ਭਾਈ ਮਧੂਸੂਦਨ ਸਿੰਘ ਜੀ ਦੇ ਇਸ ਪ੍ਰਸੰਗ ਤੋਂ ਸਾਨੂੰ ਕਿੱਡੀ ਵੱਡੀ ਸਿੱਖਿਆ ਪ੍ਰਾਪਤ ਹੋ ਰਹੀ ਹੈ ਕਿ ਭਾਈ ਮਧੂਸੂਦਨ ਸਿੰਘ ਜੀ ਦੇ ਅੰਦਰ ਕਿੰਨੀ ਤੜਪ ਪੈਦਾ ਹੋ ਗਈ। ਉਹ ਬ੍ਰਹਮ ਗਿਆਨ ਦੇ ਵਿੱਚ ਵਿਚਰ ਰਹੇ ਸਨ। ਗੁਰੂ ਰੂਪੀ ਸਾਧ ਸੰਗਤ ਜੀਓ, ਅਸੀਂ ਧਿਆਨ ਦੇਈਏ। ਕਈ ਵਾਰੀ ਸਾਡੇ ਘਰ ਦੇ ਵਿੱਚ ਹੀ ਕੋਈ ਬਜ਼ੁਰਗ, ਕਈ ਵਾਰੀ ਸਾਡੀ ਰਿਸ਼ਤੇਦਾਰੀ ਦੇ ਵਿੱਚ, ਕਈ ਵਾਰੀ ਸਾਡੇ ਸਮਾਜ ਦੇ ਨੇੜੇ ਤੇੜੇ ਆਂਢ ਗੁਆਂਢ ਦੇ ਵਿੱਚ ਵੀ ਅਜਿਹੀ ਭਜਨੀਕ ਅਵਸਥਾ ਵਾਲੀ ਰੂਹ ਹੁੰਦੀ ਹੈ ਜਿਸ ਤੋਂ ਸਾਨੂੰ ਨਾਮ ਦੀ ਇਹ ਛੋਹ ਮਿਲਦੀ ਹੈ। ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮਧੂਸੂਦਨ ਸਿੰਘ ਜੀ ਦੀ ਅਵਸਥਾ ਬ੍ਰਹਮ ਗਿਆਨ ਵਾਲੀ ਹੋ ਚੁੱਕੀ ਸੀ। ਉਹਨਾਂ ਨੂੰ ਆਪਣੇ ਜਾਣ ਬਾਰੇ ਪੂਰੀ ਤਰ੍ਹਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਪਰੰਤੂ ਉਹਨਾਂ ਦੇ ਬੇਟੇ ਨੇ ਇਸ ਨੂੰ ਇੱਕ ਆਮ ਜਿਹੀ ਗੱਲ ਸਮਝਿਆ। ਜਦੋਂ ਮਧੂਸੂਦਨ ਸਿੰਘ ਜੀ ਨੇ ਆਪਣੇ ਬੇਟੇ ਨੂੰ ਆਪਣੀ ਅਖੀਰਲੀ ਇੱਛਾ ਭਾਵ ਉਸ ਸ਼ਬਦ ਨੂੰ ਸੁਣਾਉਣ ਦੇ ਲਈ ਕਿਹਾ ਤਾਂ ਬੇਟੇ ਨੇ ਉਸ ਨੂੰ ਇੱਕ ਆਮ ਜਿਹੀ ਗੱਲ ਸਮਝਿਆ ਅਤੇ ਬਾਅਦ ਵਿੱਚ ਬੇਟੇ ਨੂੰ ਪਛਤਾਵਾ ਹੋਇਆ ਕਿ ਮੈਂ ਆਪਣੇ ਪਿਤਾ ਦੀ ਇਹ ਇੱਛਾ ਨੂੰ ਆਖਰ ਕਿਉਂ ਪੂਰਾ ਨਾ ਕਰ ਸਕਿਆ। ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਵੱਡਿਆਂ ਦੀ ਕਿਸੇ ਵੀ ਅਜਿਹੀ ਗੱਲ ਨੂੰ ਇਗਨੋਰ ਨਾ ਕਰੀਏ ਜੋ ਗੁਰੂ ਨਾਲ ਸੰਬੰਧ ਰੱਖਦੀ ਹੋਵੇ, ਜੋ ਨਾਮ ਬਾਣੀ ਦੇ ਨਾਲ ਜੁੜੀ ਹੋਵੇ। ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਦੇ ਹੋਏ ਉਹਨਾਂ ਦੀ ਅਸੀਸ ਦੇ ਪਾਤਰ ਬਣ ਸਕੀਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਜੀਵਨ ਦੇ ਵਿੱਚ ਇਸ ਨਾਮ ਬਾਣੀ ਦੀ ਕਣੀ ਵਸ ਜਾਵੇ। ਅਸੀਂ ਉਸ ਨਾਮ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਕਰਤਾ ਪੁਰਖ ਜੀ ਦੇ ਨਾਲ ਜੁੜ ਸਕੀਏ, ਅਭੇਦ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।